Dear students, welcome back. Our today's topic is role of English language. We will talk about the role of English language as an Indian context. ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਰੋਲ ਹੈ ਇੰਗਲਿਸ਼ ਲੈਂਗੁਏਜ ਦਾ। ਫਸਟ ਹੈ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ। ਜਿਹੜੀ ਇੰਗਲਿਸ਼ ਆ ਉਹ ਇੰਡੀਆ ਦੇ ਵਿੱਚ ਐਜ਼ ਅ ਸੈਕੰਡ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ। ਇਨ ਸਕੂਲਸ ਇੰਗਲਿਸ਼ ਇਜ਼ taught by teachers or recommended by government as a second language and as a foreign language also। ਕਿਉਂਕਿ ਸਾਨੂੰ ਇੱਕ ਕਿਹਾ ਗਿਆ ਜਿਹੜੀਆਂ ਵੀ ਪਾਲਿਸੀਜ਼ ਬਣੀਆਂ ਕਿ ਉਹਦੇ ਵਿੱਚ ਤੁਸੀਂ ਇੰਗਲਿਸ਼ ਨੂੰ ਪੜ੍ਹਾਉਣਾ ਹੈ। ਇੰਗਲਿਸ਼ ਨੂੰ ਇੱਕ ਜਿਵੇਂ ਫੋਰਨ ਲੈਂਗੁਏਜ ਹੁੰਦੀਆਂ ਨੇ ਜਿਹੜੀਆਂ ਕਿ ਫੋਰਨ ਦੀਆਂ ਨੇ, ਜਿਵੇਂ ਕਿ ਇੰਗਲਿਸ਼ ਹੋ ਗਈ ਅਤੇ ਫਰੈਂਚ ਵਗੈਰਾ, ਇਹ ਸਾਰੀਆਂ ਫੋਰਨ ਲੈਂਗੁਏਜ ਨੇ। ਇਸ ਕਰਕੇ ਜਿਹੜੀ ਲੈਂਗੁਏਜ ਹੈ ਉਹਨੂੰ ਐਜ਼ ਏ ਸੈਕਿੰਡ ਲੈਂਗੁਏਜ ਤੁਸੀਂ ਕਰਨਾ ਹੈ। ਫਸਟ ਬੱਚੇ ਦੀ ਮਦਰ ਟੰਗ ਹੋਏਗੀ ਅਤੇ ਜਿਹੜੀ ਸੈਕਿੰਡ ਫੋਰਨ ਲੈਂਗੁਏਜ ਵੀ ਤੁਸੀਂ ਨੇ ਪੜ੍ਹਾਉਣੀ ਹੈ ਬੱਚਿਆਂ ਨੂੰ। ਨੈਕਸਟ ਹੈ ਇੰਗਲਿਸ਼ ਐਜ਼ ਅ ਲਿੰਕ ਲੈਂਗੁਏਜ। ਇੰਗਲਿਸ਼ ਇਜ਼ ਅ ਲਿੰਕ ਲੈਂਗੁਏਜ ਵਿਚ ਲਿੰਕਸ ਟੂਗੈਦਰ ਡਿਫਰੈਂਟ ਸਟੇਟਸ ਆਫ ਇੰਡੀਆ। ਪੀਪਲ ਲਿਵਿੰਗ ਇਨ ਡਿਫਰੈਂਟ ਸਟੇਟਸ ਸਪੀਕ ਦੇਅਰ ਓਨ ਰੀਜਨਲ ਲੈਂਗੁਏਜ। ਹੁਣ ਹਰੇਕ ਸਟੇਟ ਦੀ ਜਿਹੜੀ ਵੱਖਰੀ ਵੱਖਰੀ ਲੈਂਗੁਏਜ ਹੈ, ਬਟ ਇੰਗਲਿਸ਼ ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਇੱਕ ਲਿੰਕ ਲੈਂਗੁਏਜ ਦਾ ਕੰਮ ਕਰਦੀ ਹੈ। ਦ ਲੀਡਰਸ ਫਰੋਮ different states meet sometimes on a common platform. By using this language, they can convey their thoughts to one another. ਹੁਣ ਜਿਹੜੇ ਕੋਈ ਵੀ ਲੀਡਰਸ ਨੇ ਜਦੋਂ ਉਹ ਇਕੱਠੇ ਹੁੰਦੇ ਨੇ ਤਾਂ ਉਹ ਜਿਹੜੀ ਇਹ ਲੈਂਗੁਏਜ ਹੈ ਤਾਂ ਜੋ ਪੂਰੇ ਆਲ ਓਵਰ ਇੰਡੀਆ ਵਿੱਚ ਜਿਹੜਾ ਮੈਸੇਜ ਉਹ ਆਪਣਾ ਕਨਵੇ ਕਰ ਸਕਣ। ਫਿਰ ਜਿਹੜੇ ਲੋਕ ਨੇ ਉਹ ਵੀ ਜਿਹੜੀਆਂ ਇਸ ਤਰ੍ਹਾਂ ਦੀ ਲੈਂਗੁਏਜ ਨੇ ਉਹਨਾਂ ਦੇ ਨਾਲ ਜਿਵੇਂ ਕਿ ਕਿਸੇ ਹੋਰ ਦੇ ਜਿਹੜੇ ਵਿਊਜ਼ ਨੇ ਉਹ ਵੀ ਸ਼ੇਅਰ ਕਰ ਸਕਦੇ ਨੇ। ਕੋਈ ਦੇਖੋ ਬੁੱਕਸ ਪੜ੍ਹਨੀ ਹੈ ਤਾਂ ਉਹ ਵੀ ਐਜ਼ ਏ ਲਿੰਕ ਲੈਂਗੁਏਜ ਕੰਮ ਕਰਦੀ ਹੈ, ਇੱਕ ਇੰਗਲਿਸ਼ ਜਿਹੜੀ ਲੈਂਗੁਏਜ ਹੈ। ਨੈਕਸਟ ਹੈ ਐਜੂਕੇਸ਼ਨਲ ਰੋਲ। ਹੁਣ ਜਿਹੜੀ ਐਜੂਕੇਸ਼ਨਲ ਰੋਲ ਵੀ ਪਲੇ ਕਰਦੀ ਹੈ ਇੰਗਲਿਸ਼। ਇੰਗਲਿਸ਼ ਹੈਜ਼ ਗ੍ਰੇਟ ਐਜੂਕੇਸ਼ਨਲ ਇੰਪੋਰਟੈਂਸ। ਇਟ ਹੈਜ਼ ਬੀਨ ਦਾ ਮੀਡੀਅਮ ਆਫ ਇੰਸਟਰਕਸ਼ਨ ਇਨ ਦਾ ਸਕੂਲਸ ਐਂਡ ਕਾਲਜਸ। ਹੁਣ ਜਿਹੜੇ ਬੱਚੇ ਨੇ ਸਕੂਲ ਔਰ ਕਾਲਜਸ ਦੇ ਵਿੱਚ ਆਪਣਾ ਜਿਹੜਾ ਮੀਡੀਅਮ ਆ ਉਹ ਵੀ ਇੰਗਲਿਸ਼ ਰੱਖਦੇ ਆ। ਈਵਨ ਟੂਡੇ ਅ ਲਾਰਜ ਨੰਬਰ ਆਫ ਪੀਪਲ ਸੈਂਡ ਦੇਅਰ ਚਿਲਡਰਨ ਟੂ ਇੰਗਲਿਸ਼ ਮੀਡੀਅਮ ਸਕੂਲਸ। ਜਿਹੜੇ ਬੱਚੇ ਉਹ ਵੀ ਇੰਗਲਿਸ਼ ਮੀਡੀਅਮ ਸਕੂਲਸ ਵਿੱਚ ਪੜ੍ਹਨ ਦੇ ਲਈ ਭੇਜ ਰਹੇ ਨੇ ਪੇਰੈਂਟਸ। ਹਾਇਰ ਐਜੂਕੇਸ਼ਨ ਇਨ ਸਾਇੰਸ, ਮੈਡੀਸਨ, ਇੰਜੀਨੀਅਰਿੰਗ, ਟੈਕਨੋਲੋਜੀ ਇਜ਼ ਨਾਟ ਪੋਸੀਬਲ ਵਿਦਾਊਟ ਇੰਗਲਿਸ਼। ਮੀਨਸ ਇਹ ਸਾਰੇ ਜਿਹੜੇ ਮੇਜਰ ਹਾਇਰ ਐਜੂਕੇਸ਼ਨ ਦੇ ਕੋਰਸਿਸ ਨੇ ਉਹ ਇੰਗਲਿਸ਼ ਦੇ ਵਿੱਚ ਹੀ ਪੋਸੀਬਲ ਨੇ। ਗੁੱਡ ਬੁੱਕਸ ਇਨ ਆਲ ਦੀ ਸਬਜੈਕਟਸ ਆਰ ਅਵੇਲੇਬਲ ਇਨ ਇੰਗਲਿਸ਼ ਓਨਲੀ। ਹਾਇਰ ਸਟੱਡੀਜ਼ ਇਨ ਐਨੀ ਡਿਸਿਪਲਿਨ ਆਰ ਨਾਟ ਪੋਸੀਬਲ ਵਿਦਾਊਟ ਇੰਗਲਿਸ਼। ਹੁਣ ਜੇ ਅਸੀਂ ਹਾਇਰ ਸਟੱਡੀ ਕਿਸੇ ਵੀ ਡਿਸਿਪਲਿਨ ਦੇ ਵਿੱਚ ਕਰਨੀ ਹੈ ਉਹ ਇੰਗਲਿਸ਼ ਤੋਂ ਬਿਨਾਂ ਪੋਸੀਬਲ ਨਹੀਂ ਹੈ। ਨੈਕਸਟ ਹੈ ਇੰਗਲਿਸ਼ ਇਨ ਟ੍ਰੇਡ, ਇੰਡਸਟਰੀ ਐਂਡ ਕਾਮਰਸ। ਇੰਗਲਿਸ਼ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਦਾ ਇੰਡਸਟਰੀਅਲ ਐਂਡ ਕਮਰਸ਼ੀਅਲ ਲਾਈਫ ਆਫ ਦਾ ਕੰਟਰੀ। ਹੁਣ ਕੋਈ ਵੀ ਕੰਟਰੀ ਹੈ ਉੱਥੋਂ ਦਾ ਜਿਹੜਾ ਟ੍ਰੇਡ, ਇੰਡਸਟਰੀ, ਕੋਈ ਜਿਹੜੇ ਕਮਰਸ਼ੀਅਲ ਵਰਕ ਨੇ ਸਾਰੇ ਉਹ ਇੰਗਲਿਸ਼ ਦੇ ਵਿੱਚ ਹੀ ਹੁੰਦੇ ਨੇ। ਆਲ ਕੋਰਸਪੋਂਡੈਂਸ ਇਜ਼ ਡਨ ਇਨ ਮੇਨਲੀ ਇਨ ਇੰਗਲਿਸ਼। ਨੈਸ਼ਨਲ ਐਂਡ ਇੰਟਰਨੈਸ਼ਨਲ ਟ੍ਰੇਡ, development of industry and the working of commercial establishments take place in English। ਹੁਣ ਜਿੰਨੇ ਵੀ ਕੋਈ ਇਹਨਾਂ ਦੇ ਐਗਰੀਮੈਂਟ ਸਾਈਨ ਹੁੰਦੇ ਨੇ, ਕੋਈ ਟ੍ਰੇਡ ਹੁੰਦਾ, ਕੋਈ ਨੈਸ਼ਨਲ ਲੈਵਲ 'ਤੇ ਹੁੰਦਾ, ਇੰਟਰਨੈਸ਼ਨਲ ਲੈਵਲ 'ਤੇ ਹੁੰਦਾ, ਤਾਂ ਉੱਥੇ ਜਿਹੜੀ ਇੰਗਲਿਸ਼ ਆ ਉਹਨੂੰ ਹੀ ਜਿਹੜੀ ਪ੍ਰਾਇਓਰਟੀ ਉਹ ਦਿੱਤੀ ਜਾਂਦੀ ਹੈ। ਦੇਅਰ ਮੇਨਟੇਨੈਂਸ ਆਫ ਅਕਾਊਂਟਸ, ਇਸ਼ੂਇੰਗ ਆਫ ਇੰਸਟਰਕਸ਼ਨਸ ਐਂਡ ਕੋਰਸਪੋਂਡੈਂਸ ਵਿਦ ਅਦਰ ਦਾ ਮੇਨਲੀ ਕੰਡਕਟਡ ਥਰੂ ਇੰਗਲਿਸ਼ ਮੀਡੀਅਮ। ਨੈਕਸਟ ਹੈ ਇੰਟਰਨੈਸ਼ਨਲ ਰੋਲ। ਹੁਣ ਜਿਹੜੀ ਇੰਗਲਿਸ਼ ਹੈ ਉਹ ਆਪਣਾ ਇੰਟਰਨੈਸ਼ਨਲ ਰੋਲ ਵੀ ਪਲੇ ਕਰਦੀ ਹੈ। ਮੀਨਸ ਇੰਟਰਨੈਸ਼ਨਲ ਲੈਵਲ 'ਤੇ ਵੀ ਇਹਦੀ ਜਿਹੜੀ ਕਾਫੀ ਇੰਪੋਰਟੈਂਸ ਹੈ। ਇੰਗਲਿਸ਼ ਇਜ਼ ਸਪੋਕਨ ਐਂਡ ਅੰਡਰਸਟੂਡ ਆਲ ਓਵਰ ਦ ਗਲੋਬ। ਮੀਨਸ ਪੂਰੇ ਵਰਲਡ ਦੇ ਵਿੱਚ ਜਿਹੜੀ ਇੰਗਲਿਸ਼ ਹੈ ਨੂੰ ਬੋਲਿਆ ਵੀ ਜਾਂਦਾ ਅਤੇ ਸਮਝਿਆ ਵੀ ਜਾਂਦਾ। ਸੋ ਇਟ ਹੈਜ਼ ਗੋਟ ਇੰਟਰਨੈਸ਼ਨਲ ਇੰਪੋਰਟੈਂਸ ਐਂਡ ਇਟ ਇਜ਼ ਪਲੇਇੰਗ ਇੰਟਰਨੈਸ਼ਨਲ ਰੋਲ। ਇਟ ਇਜ਼ ਦਾ ਫਸਟ ਲੈਂਗੁਏਜ ਇਨ UK, USA, ਕਨਾਡਾ ਐਂਡ ਆਸਟ੍ਰੇਲੀਆ। ਹੁਣ ਇਹ ਫਸਟ ਲੈਂਗੁਏਜ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਹੈ? UK, USA, ਕਨਾਡਾ ਐਂਡ ਆਸਟ੍ਰੇਲੀਆ। ਐਂਡ ਦ ਸੈਕੰਡ ਲੈਂਗੁਏਜ ਇਨ ਇੰਡੀਆ, ਅਫਰੀਕਾ, ਰਸ਼ੀਆ, ਫਰਾਂਸ, ਪਾਕਿਸਤਾਨ ਐਕਸੈਕਟਰਾ। ਅਤੇ ਬਾਕੀ ਜਿਹੜੇ ਕੰਟਰੀਜ਼ ਦੇ ਹੁਣ ਨਾਲ ਹੈ ਉਹਨਾਂ ਦੇ ਵਿੱਚ ਇਹ ਐਜ਼ ਅ ਸੈਕੰਡ ਲੈਂਗੁਏਜ ਯੂਜ਼ ਹੁੰਦੀ ਹੈ। ਦ ਨੰਬਰ ਆਫ ਪੀਪਲ ਸਪੀਕਿੰਗ ਦਿਸ ਲੈਂਗੁਏਜ ਇਜ਼ ਅਬਾਊਟ 350 ਮਿਲੀਅਨ, ਵਿਚ ਇਜ਼ ਦ ਨੈਕਸਟ ਟੂ ਦ ਚਾਈਨੀਜ਼ ਲੈਂਗੁਏਜ। ਦਿਸ ਇਜ਼ ਦ ਇੰਗਲਿਸ਼ ਐਂਡ no other language which can serve the purpose of linking together people of different nations of the world। ਹੁਣ ਇਹ ਪੂਰੇ ਜਿਹੜੇ ਵਰਲਡ ਦੇ ਲੋਕ ਨੇ ਉਹਨਾਂ ਨੂੰ ਆਪਸ ਦੇ ਵਿੱਚ ਇਹ ਲਿੰਕ ਕਰਦੀ ਹੈ, ਇਸ ਕਰਕੇ ਇਹ ਇੰਟਰਨੈਸ਼ਨਲ ਰੋਲ ਵੀ ਪਲੇ ਕਰਦੀ ਹੈ। ਨੈਕਸਟ ਇਜ਼ ਕਲਚਰਲ ਰੋਲ।
It plays very important role in cultural activities. English helps us in bringing people of diverse cultures closer to each other. ਹੁਣ ਜਦੋਂ ਇੰਗਲਿਸ਼ ਲੈਂਗੁਏਜ ਯੂਜ਼ ਹੋਏਗੀ ਤਾਂ ਉਹਨਾਂ ਜਿਹੜਾ ਕਲਚਰ ਹੈ ਉਹ ਸਾਰੇ ਜਿਹੜੇ ਕਿਸੇ ਹੋਰ ਕੰਟਰੀਜ਼ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਸ਼ੇਅਰ ਹੋ ਸਕਦਾ ਹੈ. ਇਟ ਆਲਸੋ ਅਸਿਸਟ ਅਸ ਟੂ ਆਵਰ ਇੰਟਰਕਲਚਰਲ ਅੰਡਰਸਟੈਂਡਿੰਗ ਇਨਸਾਈਡ ਦਾ ਕੰਟਰੀ. ਹੁਣ ਇੰਗਲਿਸ਼ ਦੇ ਨਾਲ ਅਸੀਂ ਜਿਹੜਾ ਸਾਡਾ ਇੰਟਰਕਲਚਰ ਹੈ, ਕਿਉਂਕਿ ਇੰਡੀਆ ਮਲਟੀ ਕਲਚਰਲ ਕੰਟਰੀ ਹੈ, ਇਸ ਕਰਕੇ ਅਸੀਂ ਇੰਗਲਿਸ਼ ਦੀ ਹੈਲਪ ਦੇ ਨਾਲ ਬਾਕੀ ਜਿਹੜੇ ਹੋਰ ਕਲਚਰ ਨੇ ਸਟੇਟਸ ਦੇ ਉਹਨਾਂ ਬਾਰੇ ਵੀ ਸਮਝ ਸਕਦੇ ਹਾਂ, ਕਿਉਂਕਿ ਅਸੀਂ ਸਾਰੀਆਂ ਜਿਹੜੀਆਂ ਭਾਸ਼ਾਵਾਂ ਨੇ ਜਿੰਨੀਆਂ ਵੀ ਬੋਲੀਆਂ ਜਾਂਦੀਆਂ ਨੇ ਸਾਡੇ ਦੇਸ਼ ਦੇ ਵਿੱਚ ਉਹਨਾਂ ਬਾਰੇ ਅਸੀਂ ਜਿਹੜੀ ਇੰਨੀ ਇਨਫੋਰਮੇਸ਼ਨ ਉਹ ਨਹੀਂ ਗੇਨ ਕਰ ਸਕਦੇ. ਅਸੀਂ ਸਾਰੀਆਂ ਭਾਸ਼ਾਵਾਂ ਨਹੀਂ ਸਿੱਖ ਸਕਦੇ, ਬਟ ਅਸੀਂ ਇੰਗਲਿਸ਼ ਦੇ ਨਾਲ ਜਿਹੜੀ ਸਾਰੇ ਹੀ ਕੰਟਰੀ ਦੇ ਵਿੱਚ ਜਿਹੜੀ ਕਲਚਰਲ ਐਕਟੀਵਿਟੀਜ਼ ਨੇ ਉਹਨਾਂ ਬਾਰੇ ਜਾਣ ਸਕਦੇ ਹਾਂ ਕਿ ਕਿਹੜੀ ਸਟੇਟ ਦਾ ਕਿਸ ਤਰ੍ਹਾਂ ਦਾ ਕਲਚਰ ਹੈ. ਇਟ ਇਜ਼ ਆਲਸੋ ਰਿਜ਼ਲਟਡ ਇਨ ਦਾ ਪ੍ਰੋਸੈਸ ਆਫ ਮਾਡਰਨਾਈਜੇਸ਼ਨ ਆਫ ਇੰਡੀਅਨ ਸੋਸਾਇਟੀ. ਤੇ ਜਿਹੜੀ ਇੰਡੀਅਨ ਸੋਸਾਇਟੀ ਉਹਦੇ ਵਿੱਚ ਮਾਡਰਨਾਈਜੇਸ਼ਨ ਵੀ ਲੈ ਕੇ ਆਉਂਦੀ ਹੈ. The study of English culture has dispelled ignorance and superstitions from the minds of the Indian people. ਹੁਣ ਇੰਗਲਿਸ਼ ਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਕੋਈ ਸੁਪਰਸਟੀਸ਼ਨ ਸੀ, ਕੋਈ ਇਗਨੋਰੈਂਸ ਸੀ, ਮੀਨਸ ਜਿਹੜੀ ਚੀਜ਼ ਬਾਰੇ ਜਾਣਕਾਰੀ ਨਹੀਂ ਸੀ, ਕੋਈ ਵਹਿਮ ਭਰਮ ਸੀ, ਉਹਨਾਂ ਨੂੰ ਵੀ ਲੋਕਾਂ ਦੇ ਦਿਮਾਗਾਂ ਦੇ ਵਿੱਚੋਂ ਕੱਢਣ ਦਾ ਕੰਮ ਕੀਤਾ ਹੈ. English language has imported the wealth of knowledge and experiences in India. Abolishing it will be shutting the doors of the Western culture and civilization for Indian students. ਨੈਕਸਟ ਹੈ ਇੰਗਲਿਸ਼ ਇਨ ਅਵਰ ਸੋਸ਼ਲ ਲਾਈਫ. ਹੁਣ ਜਿਹੜੀ ਇੰਗਲਿਸ਼ ਹੈ ਉਹ ਆਪਣੀ ਸੋਸ਼ਲ ਲਾਈਫ ਦੇ ਵਿੱਚ ਵੀ ਜਿਹੜਾ ਰੋਲ ਆ ਉਹ ਪਲੇ ਕਰਦੀ ਹੈ. ਇੰਗਲਿਸ਼ ਇਜ਼ ਪਲੇਇੰਗ ਐਨ ਇਕੁਅਲੀ ਇੰਪੋਰਟੈਂਟ ਰੋਲ ਇਨ ਦ ਸੋਸ਼ਲ ਲਾਈਫ ਆਫ ਇੰਡੀਅਨ ਪੀਪਲ. ਮੈਜੋਰਿਟੀ ਆਫ ਐਜੂਕੇਟਡ ਪੀਪਲ ਯੂਜ਼ ਦਿਸ ਲੈਂਗੁਏਜ ਫॉर ਕੋਰਸਪੋਂਡੈਂਸ. ਹੁਣ ਜਿਹੜੇ ਲੋਕ ਪੜ੍ਹੇ ਲਿਖੇ ਨੇ ਤਾਂ ਉਹਨਾਂ ਦੀ ਮੈਜੋਰਿਟੀ ਮੀਨਸ ਜ਼ਿਆਦਾ ਗਿਣਤੀ ਦੇ ਵਿੱਚ ਕੋਰਸਪੋਂਡੈਂਸ ਮੀਨਸ ਕੋਈ ਗੱਲਬਾਤ ਕਰਨ ਦੇ ਲਈ, ਕੋਈ ਮੈਸੇਜ ਕਨਵੇ ਕਰਨ ਦੇ ਲਈ ਜਿਹੜੀ ਇੰਗਲਿਸ਼ ਆ ਉਹਨੂੰ ਯੂਜ਼ ਕਰਦੇ ਨੇ. They find it more convenient in converse in English. Means ਉਹਨੂੰ ਜ਼ਿਆਦਾ convenient ਮਹਿਸੂਸ ਕਰਦੇ ਨੇ ਇਹਨੂੰ ਯੂਜ਼ ਕਰਨਾ. It is the means of social and intellectual communication in the highly educated sections of society. ਹੁਣ ਜਿਹੜੀਆਂ highly educated sections ਨੇ ਸੋਸਾਇਟੀ ਦੇ ਉੱਥੇ ਜਿਹੜੀ ਇੰਗਲਿਸ਼ ਹੈ ਉਹਨੂੰ ਹੀ ਯੂਜ਼ ਕੀਤਾ ਜਾਂਦਾ ਹੈ. In marriage parties or at the time of some social ceremony, the invitation cards are mostly printed in English. As we know, we also do this. In our daily conversation, we use a number of English words. ਹੁਣ ਅਸੀਂ ਬਹੁਤ ਜਿਹੜਾ ਲਾਰਜ ਨੰਬਰ ਆਫ ਇੰਗਲਿਸ਼ ਵਰਡਸ ਯੂਜ਼ ਕਰਦੇ ਹਾਂ ਜਦੋਂ ਅਸੀਂ ਕੋਈ ਵੀ ਪੰਜਾਬੀ ਜਾਂ ਹਿੰਦੀ ਬੋਲਦੇ ਹਾਂ. It has become such a habit with us that in our speech we use English words and find dearth of words of our own language. Means ਕਈ ਵਾਰ ਸਾਨੂੰ ਜਿਹੜੀ ਆਪਣੀ ਲੈਂਗੁਏਜ ਆ ਉਹਦੇ ਸ਼ਬਦ ਨਹੀਂ ਸੁੱਝਦੇ, ਬਟ ਅਸੀਂ ਫਿਰ ਉਸੇ ਥਾਂ 'ਤੇ ਜਿਹੜੀ ਇੰਗਲਿਸ਼ ਦੇ ਵਰਡਸ ਨੇ ਉਹ ਯੂਜ਼ ਕਰਦੇ ਹਾਂ. ਨੈਕਸਟ ਹੈ ਇੰਗਲਿਸ਼ ਐਟ ਦਾ ਐਡਮਿਨਿਸਟ੍ਰੇਟਿਵ ਲੈਵਲ. ਜਿਹੜੀ ਇੰਗਲਿਸ਼ ਹੈ ਉਹ ਐਡਮਿਨਿਸਟ੍ਰੇਟਿਵ ਲੈਵਲ ਵੀ ਆਪਣਾ ਜਿਹੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ. ਇੰਗਲਿਸ਼ ਹੈਜ਼ ਬੀਨ ਐਨ ਅਫੀਸ਼ੀਅਲ ਲੈਂਗੁਏਜ ਆਫ ਆਵਰ ਕੰਟਰੀ ਫॉर ਮੋਰ ਦੈਨ 200 ਈਅਰਸ. ਜਦੋਂ ਅੰਗਰੇਜ਼ ਇੱਥੇ ਸੀ ਤਾਂ ਲਗਭਗ 2 ਸਾਲਾਂ ਦੇ ਕਰੀਬ ਜਿਹੜੀ ਇੰਗਲਿਸ਼ ਹੈ ਉਹ ਇੱਥੇ ਅਫੀਸ਼ੀਅਲ ਲੈਂਗੁਏਜ ਦੀ ਤਰ੍ਹਾਂ ਰਹੀ ਹੈ. ਈਵਨ ਨਾਓ ਦਿਸ ਲੈਂਗੁਏਜ ਹੈਜ਼ ਆਲਮੋਸਟ ਦਾ ਸੇਮ ਪੋਜੀਸ਼ਨ ਇਨ ਦਾ ਆਫਿਸਿਸ ਆਫ ਕੰਟਰੀ. ਹੁਣ ਵੀ ਸਾਡੇ ਦੇਸ਼ ਦੇ ਵਿੱਚ ਜਿਹੜੀ ਇੰਗਲਿਸ਼ ਹੈ ਉਹਦੀ ਸੇਮ ਹੀ ਪੋਜੀਸ਼ਨ ਹੈ. No doubt, some states have made strong efforts for developing their own regional language. ਜਿਹੜੇ ਸਟੇਟਸ ਨੇ ਉਹ ਐਫਰਟਸ ਕਰ ਰਹੇ ਨੇ ਕਿ ਜਿਹੜੀ ਉਹਨਾਂ ਦੀ ਰੀਜਨਲ ਲੈਂਗੁਏਜ ਹੈ ਉਹਨੂੰ ਉੱਥੇ ਵਰਤਿਆ ਜਾਵੇ. ਜਿਵੇਂ ਕਿ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕਿ ਤੁਸੀਂ ਜਿਹੜੇ ਸਾਈਨ ਬੋਰਡਸ ਨੇ ਉਹ ਪੰਜਾਬੀ ਦੇ ਵਿੱਚ ਹੀ ਲਗਾਉਣੇ ਨੇ. ਕੋਈ ਤੁਹਾਡੀਆਂ ਸ਼ਾਪਸ ਨੇ, ਕੋਈ ਤੁਹਾਡਾ ਬਿਜ਼ਨਸ ਕਿਤੇ ਚੱਲ ਰਿਹਾ ਹੈ, ਕੋਈ ਇੰਡਸਟਰੀਜ਼ ਨੇ, ਤਾਂ ਉੱਥੇ ਪ੍ਰਾਇਓਰਟੀ ਜਿਹੜੀ ਪੰਜਾਬੀ ਨੂੰ ਉਹ ਦਿੱਤੀ ਜਾਣੀ ਚਾਹੀਦੀ ਹੈ. But the hard fact is that in majority cases they have not been able to replace English. But ਕਈ ਜਿਹੜੇ words ਨੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜੀ ਕੁਝ words ਨੇ ਉਹ replace ਨਹੀਂ ਕੀਤੇ ਜਾ ਸਕਦੇ. Almost at every level of administration we find that English alone is being used. ਇਸ ਕਰਕੇ ਜਿਹੜੀ ਇਕੱਲੀ ਇੰਗਲਿਸ਼ ਹੀ ਉੱਥੇ ਯੂਜ਼ ਕੀਤੀ ਜਾਂਦੀ ਹੈ. In the district courts, high courts and the Supreme Court cases are presented in English and judgments are given also in English. So it is playing an administrative role also. A foreign language already known to Indians. ਹੁਣ ਨੈਕਸਟ ਦਾ ਰੋਲ ਹੈ ਕਿ ਜਿਹੜੇ ਇੰਡੀਅਨਸ ਨੇ ਇਹਨੂੰ ਆਲਰੇਡੀ ਪਹਿਲਾਂ ਤੋਂ ਹੀ ਜਾਣਦੇ ਨੇ. ਜਿਵੇਂ ਕਿ ਅਸੀਂ ਪ੍ਰੀਵੀਅਸ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੇ 2 ਇਅਰਸ ਪਹਿਲਾਂ 2 ਸਾਲ ਲਗਭਗ ਅੰਗਰੇਜ਼ਾਂ ਨੇ ਜਿਹੜੀ ਇੰਗਲਿਸ਼ ਆ ਉਹਨੂੰ ਹੀ ਯੂਜ਼ ਕੀਤਾ ਸੀ. ਇਨ ਦਿਸ ਏਜ ਆਫ ਕੰਪੀਟੀਸ਼ਨਸ everyone wants to excel to other. Some people are interested in learning more language.
they need to learn some foreign language is there. Now the question arises, which foreign language should be learned? Now only left is English. English is a language already prevalent in our country since long time. We have people who can teach this language, and also we have English literature produced in our own countrymen. ਹੁਣ ਸਾਡੇ ਇੰਗਲਿਸ਼ ਦੇ ਵਿੱਚ ਜਿਹੜਾ ਲਿਟਰੇਚਰ ਉਹ ਵੀ ਲਿਖਿਆ ਮਿਲਦਾ ਹੈ ਸਾਨੂੰ, ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੰਗਲਿਸ਼ ਦੇ ਨਾਲ ਸਾਡਾ ਕੋਈ ਜਿਹੜੀ ਜਾਣ ਪਛਾਣ ਹੈ ਉਹ ਨਹੀਂ ਹੈ. ਸੋ ਇਨਸਟੈਡ ਆਫ ਥਿੰਕਿੰਗ ਅਬਾਊਟ ਸਮ ਅਦਰ ਲੈਂਗੁਏਜ, it would be better if we learn this very language. We have a suitable climate for it already created in our country. Now next point is English, knowledge of English, a successful passport. ਹੁਣ ਜਿਹੜੀ ਇੰਗਲਿਸ਼ ਹੈ ਉਹ ਐਜ਼ ਏ ਸਕਸੈਸਫੁਲ ਪਾਸਪੋਰਟ ਫॉर ਇੰਪਲੋਇਮੈਂਟ ਵੀ ਆਪਣਾ ਜਿਹੜਾ ਰੋਲ ਪਲੇ ਕਰਦੀ ਹੈ. ਦ ਨੌਲੇਜ ਆਫ ਇੰਗਲਿਸ਼ ਪ੍ਰੋਵਾਈਡਸ ਅ ਪ੍ਰਿਵਿਲੇਜਡ ਪੋਜੀਸ਼ਨ ਆਫ ਟੂ ਅ ਪਰਸਨ. ਹੁਣ ਇੱਕ ਪਰਸਨ ਨੂੰ ਜਿਹੜੀ ਪ੍ਰਿਵਿਲੇਜਡ ਪੋਜੀਸ਼ਨ ਹੈ ਉਹ ਇਹ ਪ੍ਰੋਵਾਈਡ ਕਰਦੀ ਹੈ. ਪੀਪਲ ਵਿਦ ਗੁੱਡ ਨੌਲੇਜ ਆਫ ਇੰਗਲਿਸ਼ ਆਰ ਗਿਵਨ ਪ੍ਰੈਫਰੈਂਸ ਫॉर ਸਿਲੈਕਸ਼ਨ ਟੂ ਗੁੱਡ ਪੋਸਟਸ. ਹੁਣ ਜਿਵੇਂ ਕਿ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਇੰਟਰਵਿਊ ਦੇਣ ਦੇ ਲਈ ਜਾਓਗੇ ਤਾਂ ਉਹ ਤੁਹਾਨੂੰ ਪੁੱਛਣਗੇ ਕਿ ਤੁਹਾਡੀ ਕਮਾਂਡ ਹੈ ਇੰਗਲਿਸ਼ ਦੇ ਵਿੱਚ ਅਤੇ ਫਲੂਐਂਸੀ ਹੈ ਤੁਹਾਡੀ, ਅਤੇ ਫਿਰ ਤੁਹਾਨੂੰ ਜਿਹੜੀ ਜੋਬ ਹੈ ਉਹ ਮਿਲ ਜਾਏਗੀ. ਬਾਕੀ ਵੀ ਜਿਹੜੇ ਕੋਈ ਵੱਡੀਆਂ ਪੋਸਟਾਂ ਨਿਕਲਦੀਆਂ IAS, ਕੋਈ PCS ਜਾਂ ਹੋਰ ਇਸ ਤਰ੍ਹਾਂ ਦੇ ਫਸਟ ਗਜ਼ਟਡ ਕਲਾਸ ਆਫਿਸਰਸ ਦੀਆਂ, ਤਾਂ ਉੱਥੇ ਵੀ ਜਿਹੜੀ ਇੰਟਰਵਿਊ ਟੋਟਲੀ ਇੰਗਲਿਸ਼ ਦੇ ਵਿੱਚ ਹੁੰਦੀ ਹੈ. ਇਸ ਕਰਕੇ ਜਿਹੜੀ ਪ੍ਰਾਇਓਰਟੀ ਉਹ ਇੰਗਲਿਸ਼ ਨੂੰ ਦਿੱਤੀ ਜਾਂਦੀ ਹੈ. ਅਤੇ ਜੇਕਰ ਇੰਗਲਿਸ਼ ਦੇ ਵਿੱਚ ਤੁਸੀਂ ਬੈਟਰ ਹੋ ਤਾਂ ਤੁਹਾਡੀ ਜਿਹੜੀ ਇੰਪਲੋਇਮੈਂਟ ਹੈ ਉਹ ਉੱਥੇ ਪੱਕੀ ਹੈ. The prospects of employment for a person knowing English are bright anywhere in India or abroad. ਇਸ ਫਿਰ ਇਕੱਲੇ ਇੰਡੀਆ ਦੇ ਵਿੱਚ ਨਹੀਂ, ਅਬਰੋਡ ਵੀ ਮੀਨਸ ਬਾਹਰ ਵੀ ਤੁਸੀਂ ਜਿਹੜੀ ਵਧੀਆ ਜੋਬ ਹੈ ਉਹ ਲੈ ਸਕਦੇ ਹੋ. A person with knowledge of English stands good chances of employment anywhere and everywhere in the world. English is rapidly becoming a world language. It is the mother tongue of more than 200 million people, and in addition it is spoken and read by millions of Europeans, Africans, Chinese, Indians, Japanese and South Americans as a second language. ਕਿਉਂ? ਤਾਂ ਜੋ ਜਿਹੜੀ ਇੰਪਲੋਇਮੈਂਟ ਹੈ ਉਹ ਗੇਨ ਕਰ ਸਕਣ. ਨੈਕਸਟ ਹੈ ਐਕਸਪ੍ਰੈਸਿਵ ਰੋਲ. ਇਟ ਆਲਸੋ ਪਲੇਇੰਗ ਐਕਸਪ੍ਰੈਸਿਵ ਰੋਲ. We can express our thoughts, views with each other in English language. If we want to share our thoughts to the any other state people or in the world, then we will use English. So it's playing also expressive role in our life. Next is informative role. Language helps an individual in giving information to others. Suppose a person has some important information in his mind and that he wants to pass to on others. It will be possible only if he able to express himself and inform others. Only language help us in giving the information. ਸਿਰਫ ਜਿਹੜੀ ਲੈਂਗੁਏਜ ਉਹ ਹੈਲਪ ਕਰਦੀ ਹੈ ਕਿ ਅਸੀਂ ਆਪਣੇ ਕੋਲ ਜੇ ਕੋਈ ਇਨਫੋਰਮੇਸ਼ਨ ਆ ਅਸੀਂ ਉਹਨੂੰ ਦੂਸਰਿਆਂ ਤੱਕ ਪਹੁੰਚਾਉਣਾ ਹੈ ਜਾਂ ਅਸੀਂ ਦੂਸਰਿਆਂ ਤੋਂ ਉਹਨੂੰ ਗੇਨ ਕਰਨਾ ਹੈ. ਜੇਕਰ ਸਾਨੂੰ ਲੈਂਗੁਏਜ ਆਉਂਦੀ ਹੋਏਗੀ ਤਾਂ ਹੀ ਅਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰ ਸਕਦੇ ਹਾਂ. ਇਸ ਕਰਕੇ ਜਿਹੜੀ ਲੈਂਗੁਏਜ ਆ ਉਹ ਇਨਫੋਰਮੇਟਿਵ ਰੋਲ ਵੀ ਪਲੇ ਕਰਦੀ ਹੈ. ਨੈਕਸਟ ਹੈ ਡਾਇਰੈਕਟਿਵ ਰੋਲ. ਲੈਂਗੁਏਜ ਆਲਸੋ ਹੈਲਪ ਅਸ ਇਨ ਗਿਵਿੰਗ ਡਾਇਰੈਕਸ਼ਨਸ ਟੂ ਅਦਰ. ਹੁਣ ਜਿਹੜੀ ਇੰਗਲਿਸ਼ ਲੈਂਗੁਏਜ ਆ ਉਹ ਡਾਇਰੈਕਸ਼ਨਸ ਵੀ ਪ੍ਰੋਵਾਈਡ ਕਰਦੀ ਹੈ. ਥਰੂ ਲੈਂਗੁਏਜ any type of direction to proceed or not to proceed can be given. ਹੁਣ ਸਪੋਜ਼ ਕਰੋ ਅਸੀਂ ਕਿਤੇ ਜਾ ਰਹੇ ਹਾਂ ਤਾਂ ਸਾਨੂੰ ਡਾਇਰੈਕਸ਼ਨ ਦੀ ਜ਼ਰੂਰਤ ਹੈ ਕਿ ਅਸੀਂ ਕਿੱਥੇ ਜਾਣਾ ਹੈ. ਮੀਨਸ ਜਿੱਥੇ ਜਿਹੜੀ ਇੰਗਲਿਸ਼ ਆ ਉਹ ਜ਼ਿਆਦਾ ਬੋਲੀ ਜਾਂਦੀ ਹੈ. ਫੋਰਨ ਕੰਟਰੀ ਦੀ ਗੱਲ ਕਰ ਲਓ ਤਾਂ ਜੋ ਉੱਥੇ ਡਾਇਰੈਕਸ਼ਨ ਲੱਗੇ ਹੋਣਗੇ ਅਸੀਂ ਉਸ ਬੇਸ 'ਤੇ ਜਿਹੜੇ ਸਿੰਬਲਸ ਲੱਗੇ ਹੋਣਗੇ ਉਹਨਾਂ ਨੂੰ ਉੱਥੇ ਪੜ੍ਹਾਂਗੇ, ਸਾਈਨ ਬੋਰਡਸ ਹੋਣਗੇ ਅਤੇ ਉਹਦੇ ਅਕੋਰਡਿੰਗ ਅਸੀਂ ਜਿਹੜਾ ਆਪਣਾ ਰਸਤਾ ਉਹ ਕੰਟੀਨਿਊ ਕਰ ਸਕਦੇ ਅਤੇ ਸਾਨੂੰ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਸਹੀ ਮਿਲ ਜਾਣਗੀਆਂ. The police standing at crossing shows red light to the traffic. It is not just communication of information. He is rather directing the whole traffic to stop all movement. In the examination hall, the superintendent uses a language and gives directions to the candidates sitting there, whereby he draws the attention of all the certain rules and regulations which everybody during the examination hours is to follow. By using a language, he is able to give directions. Next is role in science and technology. ਹੁਣ ਜਿਹੜੀ ਇੰਗਲਿਸ਼ ਲੈਂਗੁਏਜ ਆ ਉਹ
ਸਾਇੰਸ ਤੇ ਟੈਕਨੋਲੋਜੀ ਦੇ ਵਿੱਚ ਵੀ ਆਪਣਾ ਜਿਹੜਾ ਰੋਲ ਆ ਉਹ ਪਲੇ ਕਰਦੀ ਹੈ। English is useful for Indians in multiple ways. It is very useful to science study. All technical knowledge is in English. Science subjects cannot be studied as well without English. Technical knowledge cannot be gained well without English. Without English, the doctor of medicine cannot have latest knowledge. Without English, an engineer cannot have latest information of new technologies. Dear students, is a role of English language. Thanks for watching.